हाँ जी, ਆਪਾਂ वर्क एंड वेजेस ਦੀ ਆਪਾਂ ਕਲਾਸ ਸੈਕੰਡ ਸਟਾਰਟ ਕਰ ਰਹੇ ਹਾਂ ਜੀ। ਕੁਐਸਚਨ ਨੰਬਰ 21 ਤੋਂ ਫਸਟ ਕਲਾਸ ਕੁਐਸਚਨ ਨੰਬਰ 1 2 ਆਪਾਂ 20 ਕਰ ਚੁੱਕੇ। ਤਾਂ ਦੇਖੋ ਜੀ ਕੁਐਸਚਨ ਨੰਬਰ 21, a group of worker was put on a job. From the second day onward, one worker was withdrawn each day. The job was finished when the last worker was withdrawn. Had no worker been withdrawn at any stage, the group would have finished the job in two-thirds the time. ਹਾਊ ਮੈਨੀ ਵਰਕਰ ਵਰ ਦੇਅਰ ਇਨ ਦਾ ਗਰੁੱਪ। ਦੇਖੋ ਜੀ ਕੁਐਸਚਨ ਕੀ ਕਹਿ ਰਿਹਾ ਆਪਾਂ ਨੂੰ, ਦੁਬਾਰਾ ਸਮਝਦੇ ਆਪਾਂ ਕੁਐਸਚਨ ਨੂੰ। ਇੱਕ ਗਰੁੱਪ ਆਫ ਵਰਕਰ ਵਾਸ ਪੁੱਟ ਔਨ ਜੌਬ, ਕਹਿੰਦਾ ਕੁਝ ਨੰਬਰ ਆਫ ਵਰਕਰ ਸੀ, ਕੁਝ ਉਹਨਾਂ ਦਾ ਗਰੁੱਪ ਸੀਗਾ, ਉਸ ਨੂੰ ਕੋਈ ਕੰਮ ਦੇਤਾ, ਠੀਕ ਹੈ ਜੀ। ਵਾਸ ਪੁੱਟ ਔਨ ਅ ਜੌਬ ਫਰੋਮ ਦਾ ਸੈਕਿੰਡ ਡੇ ਔਨਵਰਡਸ, ਕਹਿੰਦਾ ਦੂਸਰੇ ਦਿਨ ਤੋਂ ਬਾਅਦ, ਮਤਲਬ ਕਿ ਦੂਜੇ ਦਿਨ ਦੇ ਸਟਾਰਟਿੰਗ ਦੇ ਵਿੱਚ ਦੂਸਰੇ ਦਿਨ ਵਨ ਵਰਕਰ ਵਾਸ ਵਿਦਡਰਾਨ ਈਚ ਡੇ, ਇੱਕ ਵਰਕਰ ਹਟ ਰਿਹਾ ਕੰਮ ਤੋਂ, ਮਤਲਬ ਕੰਮ ਛੋੜ ਕੇ ਜਾ ਰਿਹਾ। The job was finished when the last worker was withdrawn. ਕਹਿੰਦਾ ਜਿਹੜੀ ਜੌਬ ਸੀ ਉਹ ਪੂਰੀ ਹੋ ਗਈ ਜਦੋਂ ਲਾਸਟ ਵਰਕਰ ਵੀ ਹਟ ਗਿਆ। ਐਂਡ no worker been withdraw at any stage, the group would have finished the job in two-thirds the time. How many worker were there in the group? ਦੇਖੋ ਜੀ ਕੀ ਕਹਿ ਰਹੇ, ਕਹਿੰਦਾ ਜਦੋਂ ਤੱਕ ਲਾਸਟ ਵਰਕਰ ਜਦ ਤੱਕ ਵਿਦਡਰਾਅ ਕੀਤਾ ਉਦੋਂ ਤੱਕ ਜੌਬ ਫਿਨਿਸ਼ ਹੋ ਗਈ। ਹੁਣ ਕਹਿ ਰਹੇ ਨੇ, ਕਹਿੰਦਾ ਹੈਡ ਨੋ ਵਰਕਰ ਬੀਨ ਵਿਦਡਰਾਨ ਐਟ ਐਨੀ ਸਟੇਜ, ਕਹਿੰਦਾ ਕੋਈ ਵੀ ਵਰਕਰ ਵਿਦਡਰਾਅ ਨਾ ਕਰੇ, ਕੋਈ ਵਰਕਰ ਨਾ ਹਟੇ, ਤਾਂ ਕੀ ਹੋਊਗਾ? ਦ ਗਰੁੱਪ ਵੁੱਡ ਹੈਵ ਫਿਨਿਸ਼ ਦਾ ਜੌਬ ਇਨ two-thirds ਦਾ ਟਾਈਮ, ਤਾਂ ਕਹਿੰਦਾ 2/3 ਟਾਈਮ ਦੇ ਵਿੱਚ ਹੀ ਕੰਮ ਪੂਰਾ ਹੋ ਜਾਊਗਾ। ਹਾਊ ਮੈਨੀ ਵਰਕਰ ਵਰ ਦੇਅਰ ਇਨ ਦਾ ਗਰੁੱਪ, ਤਾਂ ਕਹਿੰਦਾ ਕਿੰਨੇ ਵਰਕਰ ਗਰੁੱਪ 'ਚ ਹੋਣਗੇ। ਤਾਂ ਦੇਖੋ ਬਿਲਕੁਲ ਆਸਾਨ ਕੁਐਸਚਨ ਹੈ ਜੀ। ਆਪਾਂ ਕੀ ਸਪੋਜ਼ ਕਰਦੇ ਹਾਂ ਕਿ ਨੰਬਰ ਆਫ ਜਿਹੜੇ ਵਰਕਰ ਨੇ ਗਰੁੱਪ 'ਚ ਕਿੰਨੇ ਹੋਣਗੇ? n ਹੋਣਗੇ। ਹਰ ਵਰਕਰ ਦੀ ਐਫੀਸ਼ੀਐਂਸੀ ਕਿੰਨੀ ਹੈਗੀ? 1। ਐਫੀਸ਼ੀਐਂਸੀ ਹਰ ਵਰਕਰ ਦੀ ਕਿੰਨੀ ਹੈ? 1 ਹੈ। ਤਾਂ ਪਹਿਲੇ ਦਿਨ ਸਾਰੇ ਕੰਮ ਕਰ ਰਹੇ ਸੀ ਵਰਕਰ, ਕਿੰਨੇ ਵਰਕਰ ਸੀ? n। ਤਾਂ ਸੈਕਿੰਡ ਡੇ ਕਿੰਨੇ ਵਰਕਰ ਕੰਮ ਕਰਨਗੇ? n-1 ਕੰਮ ਕਰਨਗੇ ਜੀ ਵਰਕਰ। ਥਰਡ ਡੇ ਕਿੰਨੇ ਕੰਮ ਕਰਨਗੇ? n-2। ਤਾਂ ਲਾਸਟ ਤੱਕ ਆਉਂਦੇ ਸਿਰਫ ਇੱਕ ਵਰਕਰ ਕੰਮ ਕਰੂਗਾ, ਤਾਂ ਇਹ ਲਾਸਟ ਡੇ ਹੋਊਗਾ, ਕਿਉਂਕਿ ਇਸ ਤੋਂ ਬਾਅਦ ਕੰਮ ਪੂਰਾ ਹੋ ਜਾਊਗਾ। ਉਹਨਾਂ ਨੇ ਇਹੀ ਚੀਜ਼ ਕਹੀ ਹੈ ਨਾ, ਕਹਿੰਦਾ ਜਦ ਤੱਕ ਲਾਸਟ ਵਰਕਰ ਜਦੋਂ ਲਾਸਟ ਵਰਕਰ ਵਿਦਡਰਾਅ ਕਰਦਾ ਉਦੋਂ ਕੰਮ ਪੂਰਾ ਹੋ ਜਾਂਦਾ ਹੈਗਾ। ਤਾਂ ਠੀਕ ਹੈ ਜੀ। ਤਾਂ ਕਿੰਨੇ ਨੰਬਰ ਆਫ ਡੇਜ਼ ਕੰਮ ਹੋਇਆ? n ਨੰਬਰ ਆਫ ਡੇਜ਼ ਕੰਮ ਹੋਇਆ। ਪਹਿਲੀ ਗੱਲ ਇਹ ਚੀਜ਼ ਨਿਕਲ ਕੇ ਆ ਗਈ ਆਪਣੇ ਕੋਲ। ਤੇ ਹੋਰ ਆਪਾਂ ਕੀ ਦੇਖਾਂਗੇ, ਜੇ ਇੱਕ ਵਰਕਰ ਦੀ ਐਫੀਸ਼ੀਐਂਸੀ 1 ਹੈ ਤਾਂ ਪਹਿਲੇ ਦਿਨ ਕਿੰਨੀ ਐਫੀਸ਼ੀਐਂਸੀ ਨਾਲ ਕੰਮ ਹੋਇਆ ਹੋਊਗਾ? n ਐਫੀਸ਼ੀਐਂਸੀ ਨਾਲ, ਫਿਰ n-1 ਨਾਲ, ਫਿਰ n-2 ਨਾਲ, ਲਾਸਟ ਵਿੱਚ ਹੋਇਆ n ਨਾਲ, ਸੌਰੀ 1 ਨਾਲ। ਤਾਂ ਜੇ ਆਪਾਂ ਸਾਰਿਆਂ ਦੀ ਆਪਾਂ ਟੋਟਲ ਜੋੜ ਦਈਏ ਤਾਂ ਦੇਖੋ ਇਹਨਾਂ ਨੇ ਵੀ ਇੱਕ ਦਿਨ ਕੰਮ ਕੀਤਾ, ਤਾਂ ਐਫੀਸ਼ੀਐਂਸੀ ਇਨਟੂ ਟਾਈਮ, ਤਾਂ ਕਿੰਨਾ ਵਰਕ ਹੋ ਗਿਆ ਜੀ? ਡੇ 1 ਦੇ ਵਿੱਚ ਕਿੰਨਾ ਵਰਕ ਹੋਇਆ ਹੋਊਗਾ? ਵਰਕ ਵੀ n ਹੋਇਆ ਹੋਊਗਾ। ਦੂਸਰੇ ਦਿਨ ਕਿੰਨਾ ਵਰਕ ਹੋਇਆ ਹੋਊਗਾ? n-1। ਥਰਡ ਡੇ ਕਿੰਨਾ ਵਰਕ ਹੋਇਆ ਹੋਊਗਾ? n-2। ਲਾਸਟ ਡੇ ਕਿੰਨਾ ਕੰਮ ਹੋਇਆ ਹੋਊਗਾ? 1। ਤਾਂ ਇਸ ਤਰੀਕੇ ਨਾਲ ਕੰਮ ਹੋਇਆ ਆਪਣੇ ਕੋਲ। ਤਾਂ ਟੋਟਲ ਵਰਕ ਕਿੰਨਾ ਹੋ ਗਿਆ? ਆਪਾਂ ਇਹਨਾਂ ਨੂੰ ਐਡ ਕਰ ਦਿੰਦੇ ਹਾਂ। ਕਿੰਨਾ ਆ ਜਾਊਗਾ? n×n+1/2। ਇਹ ਆਪਣੇ ਕੋਲ ਕੀ ਆ ਗਿਆ? ਟੋਟਲ ਵਰਕ ਆ ਗਿਆ ਆਪਣੇ ਕੋਲ। ਤੇ ਉਸ ਤੋਂ ਬਾਅਦ ਵਿੱਚ ਕੀ ਕਹਿ ਰਿਹਾ, ਜੇ ਕਹਿੰਦਾ ਕੋਈ ਵੀ ਵਰਕਰ ਨਾ ਲੀਵ ਕਰੇ। ਦੇਖੋ ਆਪਾਂ ਕੀ ਸਮਝਦੇ ਹਾਂ ਹੁਣ। ਆਪਾਂ ਇੱਕ ਚੀਜ਼ ਹੋਰ ਦੇਖੋ, ਇੰਨੇ ਦਿਨ ਦਾ ਕੰਮ ਹੋ ਗਿਆ, ਇਹ ਦਿਨ ਕਿੰਨੇ ਨੇ? n ਨੰਬਰ ਆਫ ਡੇਜ਼ ਨੇ। ਇਹ ਤਾਂ ਟੋਟਲ ਕੀ ਆ ਗਈ ਆਪਣੇ ਕੋਲ? ਐਫੀਸ਼ੀਐਂਸੀ ਆ ਗਈ। ਇਹ ਨੰਬਰ ਆਫ ਡੇਜ਼ ਕਿੰਨੇ ਨੇ? n ਨੇ। ਹੁਣ ਦੇਖੋ, ਹੁਣ ਕੀ ਕਹਿ ਰਿਹਾ, ਜੇ ਕਹਿੰਦਾ ਕੋਈ ਵਰਕਰ ਨਾ ਡਰੋਪ ਕਰੇ ਤਾਂ ਕਿੰਨੇ ਦਿਨ 'ਚ ਕੰਮ ਹੋਊਗਾ? ਤਾਂ two-third ਆਫ ਦਾ ਟਾਈਮ ਲੱਗੂਗਾ। ਮਤਲਬ ਕਿ ਜੇ ਪਹਿਲਾ ਨੰਬਰ ਆਫ ਡੇਜ਼ n ਸੀਗੇ, ਤਾਂ ਹੁਣ ਕਿੰਨੇ ਨੰਬਰ ਆਫ ਡੇ ਹੋਣਗੇ? 2/3n। ਤਾਂ ਇੰਨੇ ਡੇਜ਼ ਦੇ ਵਿੱਚ ਕੰਮ ਪੂਰਾ ਹੋ ਜਾਊਗਾ ਆਪਣੇ ਕੋਲੇ। ਇਹ ਆਪਣੇ ਕੋਲ ਕੀ ਆ ਗਿਆ? ਟਾਈਮ ਆ ਗਿਆ। ਤੇ ਇੰਨੇ ਟਾਈਮ ਦੇ ਲਈ ਕਿੰਨੇ ਵਰਕਰ ਨੇ ਕੰਮ ਕੀਤਾ? ਸਾਰੇ ਵਰਕਰ ਕੰਮ ਕਰ ਰਹੇ ਸੀ, ਇੱਕ ਵੀ ਡਰੋਪ ਨਹੀਂ ਹੋਇਆ, ਤਾਂ n ਵਰਕਰ ਨੇ ਕੰਮ ਕੀਤਾ। ਤਾਂ ਇੱਥੋਂ ਆਪਾਂ ਨੇ n ਦੀ ਵੈਲਿਊ ਫਾਈਂਡ ਕਰਨੀ ਹੈ। n ਨਾਲ n ਕੈਂਸਲ ਹੋ ਜਾਊਗਾ, ਤਾਂ ਆਪਣੇ ਕੋਲ n+1/n ਕਿੰਨਾ ਆ ਜਾਊਗਾ? 4/3 ਆ ਜਾਊਗਾ। ਤਾਂ n ਦੀ ਵੈਲਿਊ ਕਿੰਨੀ ਆ ਜਾਊ ਆਪਣੇ ਕੋਲ? 3 ਆ ਜਾਊ, ਕਿਉਂਕਿ ਇਹਨਾਂ ਦਾ ਡਿਫਰੈਂਸ ਵੀ 1 ਹੈ, ਇਹਨਾਂ ਦਾ ਡਿਫਰੈਂਸ ਵੀ 1 ਹੈ। ਤਾਂ n ਦੀ ਵੈਲਿਊ ਕਿੰਨੀ ਆ ਜਾਊਗੀ? 3 ਆ ਜਾਊ। ਚਾਹੇ ਉੱਪਰੋਂ ਚੈੱਕ ਕਰ ਲਓ, ਚਾਹੇ ਨੀਚੋਂ ਚੈੱਕ ਕਰ ਲਓ। ਤਾਂ ਆਪਸ਼ਨ ਬੀ ਆਪਣੇ ਕੋਲ ਕੀ ਆ ਗਿਆ? ਆਨਸਰ ਆ ਗਿਆ। ਠੀਕ ਹੈ ਜੀ। ਇਸ ਤਰੀਕੇ ਨਾਲ ਆਪਾਂ ਕੁਐਸਚਨ ਨੂੰ ਈਜ਼ੀ ਕਰ ਸਕਦੇ ਹਾਂ। ਅੱਗੇ ਦੇਖੋ ਜੀ, ਕੁਐਸਚਨ ਨੰਬਰ 22। ਹਾਂਜੀ, ਕੁਐਸਚਨ ਨੰਬਰ 22 ਕੀ ਹੈ? ਦੇਖੋ, ਇੱਕ ਪਰਸਨ ਹੈ ਜੀ,
जिसका नाम है एल्बर्ट। एल्बर्ट गॉट एन ऑर्डर फ्रॉम ए गारमेंट मैन्युफैक्चर फॉर 480 डेनिम शर्ट। कहना उन्हें 480 डेनिम शर्ट का ऑर्डर दिता किसी गारमेंट मैन्युफैक्चर को, कोई कपड़े जी कपड़े तैयार करती है कंपनी, उन्होंने ऑर्डर दिता डेनिम शर्ट्स। ही ब्राउड 12 स्विंग मशीन एंड अपॉइंटेड सम एक्सपर्ट टेलर्स टू डू द जॉब। कहता कंपनी ने 12 मशीन लिया तो उन्हें कुछ टेलर लगाते जॉब पर। हाउ एवर मैनी डिडेंट रिपोर्ट टू ड्यूटी। कहना वो कुछ तो ड्यूटी पर आए नहीं है। एज ए रिजल्ट ईच ऑफ दोज हु डिड हैड टू स्टिच 30 मोर शर्ट्स दैन द ओरिजिनली प्लैंड बाय एल्बर्ट। तो कहना की होया, कहना ਜਿਹੜੀਆਂ ਤਾਂ ਕਹਿੰਦਾ ਇੱਕ ਪਰਸਨ ਨੂੰ 32 ਸ਼ਰਟਸ ਵੱਧ ਤਿਆਰ ਕਰਨੀਆਂ ਪੈ ਗਈਆਂ ਕੁਝ ਵਰਕਰ ਦੇ ਨਾਂ ਆਉਣ ਤੋਂ ਬਾਅਦ, ਤਾਂ ਜਿੰਨੀਆਂ ਉਹਨਾਂ ਨੇ ਪਹਿਲਾਂ ਪਲਾਨ ਕੀਤੀਆਂ ਸੀਗੀਆਂ। ਮਤਲਬ ਕਿ ਜੇ ਐਲਬਰਟ ਨੇ ਇੱਕ ਵਰਕਰ ਨੂੰ 20 ਸ਼ਰਟਸ ਦਿੱਤੀਆਂ ਹੋਣਗੀਆਂ ਤਾਂ ਉਹਨਾਂ ਨੂੰ 32 ਐਕਸਟਰਾ ਹੋਰ ਤਿਆਰ ਕਰਨੀਆਂ ਪੈ ਗਈਆਂ, ਮਤਲਬ ਕਿ 52 ਤਿਆਰ ਕਰਨੀਆਂ ਪੈ ਗਈਆਂ ਉਹਨਾਂ ਨੂੰ ਸ਼ਰਟਸ। ਠੀਕ ਹੈ ਜੀ, ਆਹ ਚੀਜ਼ ਕਹਿ ਰਹੇ ਆਪਾਂ। with equal distribution of work. How many tailor had been appointed earlier and how many had not reported for work? ਕਹਿੰਦਾ ਪਹਿਲਾਂ ਕਿੰਨੇ ਵਰਕਰ ਉਹਨਾਂ ਨੇ ਕੰਮ ਤੇ ਲਗਾਏ ਸੀਗੇ ਤੇ ਕਿੰਨੇ ਪਹੁੰਚੇ ਨਹੀਂ ਹੈਗੇ, ਉਹ ਚੀਜ਼ ਆਪਣੇ ਤੋਂ ਪੁੱਛੀ ਹੈ। ਦੇਖੋ ਜੀ ਬਿਲਕੁਲ ਆਸਾਨ ਚੀਜ਼ ਹੈ। ਤਾਂ ਦੇਖੋ ਕਿਵੇਂ ਕਰਾਂਗੇ, ਪਹਿਲਾਂ ਆਪਾਂ ਦੇਖੋ ਜੀ ਇਹਨੂੰ ਕਿਵੇਂ ਕਰਾਂਗੇ। ਆਪਣੇ ਕੋਲ ਜੋ ਆਪਸ਼ਨਸ ਨੇ ਉਹਦੀ ਹੈਲਪ ਨਾਲ ਆਪਾਂ ਬਹੁਤ ਈਜ਼ੀਲੀ ਕੁਐਸਚਨ ਕਰ ਸਕਦੇ ਹਾਂ। ਦੇਖੋ ਸਾਰਾ ਕੁਝ ਦੇ ਰੱਖਿਆ ਆਪਾਂ ਨੂੰ। ਦੇਖੋ ਵੈਸੇ ਜੇ ਆਪਾਂ ਇਹਨੂੰ ਕਰੀਏ ਬਿਨਾਂ ਆਪਸ਼ਨਸ ਤੋਂ, ਪਹਿਲਾਂ ਮੰਨ ਲਓ ਆਪਾਂ ਸਪੋਜ਼ ਕਰ ਲਿਆ ਕਿ ਐਕਸ ਕੀ ਹੋਣਗੇ, ਉਹਦੇ ਕੋਲ ਵਰਕਰ ਹੋਣਗੇ। ਠੀਕ ਹੈ ਜੀ, ਐਕਸ ਵਰਕਰ ਪਹਿਲਾਂ ਹੋਣਗੇ ਤੇ ਇੱਕ ਜਿਹੜਾ ਵਰਕਰ ਹੈ ਉਹ ਵਾਈ ਸ਼ਰਟਸ ਤਿਆਰ ਕਰਦਾ ਹੋਊਗਾ। ਤਾਂ ਕਿੰਨੀਆਂ ਸ਼ਰਟਸ ਤਿਆਰ ਹੋ ਗਈਆਂ, 480 ਤਿਆਰ ਹੋ ਗਈਆਂ। ਉਸ ਤੋਂ ਬਾਅਦ ਕਹਿੰਦਾ ਕੁਝ ਵਰਕਰ ਨਹੀਂ ਆਏ, ਮਤਲਬ ਕਿ ਆਪਾਂ ਸਪੋਜ਼ ਕਰ ਲਿਆ ਕੁਝ ਜ਼ੈਡ ਵਰਕਰ ਨਹੀਂ ਆਏ ਹੈਗੇ। ਤਾਂ ਹੁਣ ਇੱਕ ਨੂੰ ਕਿੰਨੀਆਂ ਸ਼ਰਟਾਂ ਤਿਆਰ ਕਰਨੀਆਂ ਪੈਣਗੀਆਂ, ਵਾਈ ਪਲੱਸ 32 ਤਿਆਰ ਕਰਨੀਆਂ ਪੈਣਗੀਆਂ, ਤਾਂ ਕਿ ਇਹ ਮਲਟੀਪਲਾਈ 480 ਬਣ ਜੂਗੀ ਜੀ ਇਹਨਾਂ। ਤਾਂ ਹੁਣ ਦੇਖੋ ਇਕੁਏਸ਼ਨ 2 ਨੇ, ਵੇਰੀਏਬਲ ਕਿੰਨੇ ਆ ਗਏ, 3 ਆ ਗਏ। ਤਾਂ ਆਪਾਂ ਇਹਨਾਂ ਨੂੰ ਸੋਲਵ ਨਹੀਂ ਕਰ ਸਕਦੇ। ਠੀਕ ਹੈ ਜੀ, ਹੁਣ ਆਪਾਂ ਕਿਵੇਂ ਕਰਾਂਗੇ ਇਸ ਚੀਜ਼ ਨੂੰ ਫਿਰ। ਤਾਂ ਆਪਸ਼ਨ ਮੈਥਡ ਬਹੁਤ ਈਜ਼ੀ ਹੈ ਜੀ। ਮੰਨ ਲਓ ਪਹਿਲਾਂ ਆਪਣੇ ਕੋਲ 12 ਵਰਕਰ ਸੀ, 4 ਵਰਕਰ ਆਏ ਨਹੀਂ, ਫਿਰ ਬਾਅਦ 'ਚ 8 ਰਹੇ। ਤਾਂ ਜੇ 12 ਵਰਕਰ 480 ਸ਼ਰਟ ਤਿਆਰ ਕਰ ਦਿੰਦਾ, ਇੱਕ ਨੂੰ ਕਿੰਨੀਆਂ ਆਉਣਗੀਆਂ, 40 ਆਉਣਗੀਆਂ। ਤਾਂ ਜੇ 480 ਵਰਕਰ 480 ਸ਼ਰਟਸ ਨੂੰ ਜੇ 4 ਵਰਕਰ ਨਹੀਂ ਆਏ 8 ਤਿਆਰ ਕਰਦੇ ਨੇ, 8 ਠੀਕ, ਤਾਂ ਤੁਹਾਡੇ ਤਾਂ ਸਿਰਫ 60 ਤਿਆਰ, ਇੱਕ ਵਰਕਰ ਕਿੰਨੀ ਤਿਆਰ ਕਰੂਗਾ, 60। ਤਾਂ ਡਿਫਰੈਂਸ ਕਿੰਨੇ ਦਾ ਆਇਆ ਆਪਣੇ ਕੋਲੇ, 20 ਦਾ ਆਇਆ, ਬਟ ਇਹ ਆਉਣਾ ਚਾਹੀਦਾ ਸੀਗਾ 32 ਦਾ। ਤਾਂ ਆਪਾਂ ਹੋਰ ਦੇਖਦੇ ਹਾਂ ਜੀ। ਪਹਿਲੀ ਆਪਸ਼ਨ ਦਾ ਗਲਤ ਹੈ। ਦੂਸਰੀ ਆਪਸ਼ਨ ਦੇਖੋ 10 48, ਤਾਂ 480 ਇਹ ਜੋ ਆਪਾਂ 7 ਬਾਅਦ 'ਚ ਕਿੰਨੇ ਵਰਕਰ ਨੇ, 7, ਤਾਂ 7 ਦਾ 480 ਦੇ ਡਿਵਾਈਡ ਨਹੀਂ ਹੁੰਦਾ, ਤਾਂ ਇਹ ਆਪਸ਼ਨ ਵੈਸੇ ਹੀ ਗਲਤ ਹੋ ਗਈ। ਥਰਡ ਆਪਸ਼ਨ ਦੇਖੋ ਜੀ, ਪਹਿਲਾਂ ਕਿੰਨੇ ਵਰਕਰ ਸੀ ਆਪਣੇ ਕੋਲੇ, 10 ਸੀਗੇ, ਤਾਂ ਮਤਲਬ ਕਿ ਇੱਕ ਵਰਕਰ ਕੀ ਕਿੰਨੀਆਂ ਸ਼ਰਟ ਤਿਆਰ ਕਰੂਗਾ, 48। ਫਿਰ ਕਿੰਨੇ ਰਹਿ ਗਏ ਵਰਕਰ, 6 ਰਹਿ ਗਏ, ਤਾਂ ਕਿੰਨੀਆਂ ਸ਼ਰਟ ਤਿਆਰ ਕਰ ਦੂਗਾ ਆਪਣੇ ਕੋਲੇ, 60। ਠੀਕ ਹੈ ਜੀ, ਨਾ ਸੌਰੀ 80। ਤਾਂ ਕਿੰਨੀਆਂ ਸ਼ਰਟ ਇਹਨੇ ਐਕਸਟਰਾ ਤਿਆਰ ਕਰਤੀਆਂ, 32। ਤਾਂ ਆਪਸ਼ਨ ਸੀ ਕੀ ਆਪਣੇ ਕੋਲ ਆਂਸਰ ਹੈ। ਠੀਕ ਹੈ ਜੀ, ਬਿਲਕੁਲ ਆਸਾਨ ਕੁਐਸਚਨ ਹੈ, ਬਾਈ ਆਪਸ਼ਨ ਆਪਾਂ ਕਰ ਸਕਦੇ ਹਾਂ। ਅੱਗੇ ਦੇਖੋ ਜੀ ਕੁਐਸਚਨ ਨੰਬਰ 23। A group of men decide to do a job in 8 days। ਕਹਿੰਦਾ ਇੱਕ ਗਰੁੱਪ ਸੀਗਾ ਮੈਨ ਦਾ, ਉਹਨੇ 8 ਦਿਨ 'ਚ ਜੋਬ ਪੂਰੀ ਕਰਨੀ ਸੀ। ਬਟ since 10 men dropped out every day the job got complete at the end of 12th day। ਤਾਂ ਕਹਿੰਦਾ ਜਿਹੜੀ ਜੋਬ ਸੀ ਉਹ 12ਵੇਂ ਦਿਨ ਜਾ ਕੇ ਕੰਪਲੀਟ ਹੋਈ ਹੈ। ਹਾਊ ਮੈਨੀ men were there are at the beginning। ਤਾਂ ਕਹਿੰਦਾ ਸਟਾਰਟਿੰਗ ਦੇ ਵਿੱਚ ਕਿੰਨੇ ਮੈਨ ਸੀਗੇ ਬਿਗਨਿੰਗ ਦੇ ਵਿੱਚ, ਉਹ ਚੀਜ਼ ਆਪਾਂ ਨੇ ਪਤਾ ਕਰਨੀ ਹੈ। ਹਾਂਜੀ ਦੇਖੋ ਕੁਐਸਚਨ ਨੰਬਰ 23। A group of men decide to do a job in 8 days, but since 10 men dropped out every day, the job got completed at the end of 12th day। How many men were there at the beginning। ਦੇਖੋ ਜੀ ਕੀ ਕਹਿ ਰਿਹਾ, ਕਹਿੰਦਾ ਕੁਛ ਮੈਨ ਨੇ ਕਿਸੇ ਜੋਬ ਨੂੰ 8 ਦਿਨ 'ਚ ਪੂਰਾ ਕਰਨਾ ਸੀਗਾ, ਬਟ ਉਹਦੇ ਵਿੱਚ ਕੀ ਹੋਇਆ, 10 ਮੈਨ ਹਰ ਡੇ ਡਰੋਪ ਆਊਟ ਹੋ ਰਹੇ ਨੇ। ਤਾਂ ਜਿਹੜੀ ਜੋਬ ਹੈ ਉਹ 12 ਦਿਨਾਂ ਦੇ ਬਾਅਦ ਖਤਮ ਹੋਈ ਹੈ, ਪੂਰੀ ਹੋਈ ਹੈ। ਹਾਊ ਮੈਨੀ ਮੈਨ ਵਰ ਦੇਅਰ ਐਟ ਦਾ ਬਿਗਨਿੰਗ। ਕਹਿੰਦਾ ਸਟਾਰਟਿੰਗ 'ਚ ਕਿੰਨੇ ਮੈਨ ਹੋਣਗੇ। ਦੇਖੋ ਜੀ ਜੇ ਆਪਾਂ ਪਹਿਲਾਂ ਸਪੋਜ਼ ਕਰ ਲਿਆ ਕਿ ਆਪਣੇ ਕੋਲ ਜਿਹੜੇ ਸਟਾਰਟਿੰਗ ਦੇ ਮੈਨ ਹੋਣ ਕਿੰਨੇ ਹੋਣਗੇ ਜੀ, n ਹੋਣਗੇ। ਤੇ ਜੇ 8 ਦਿਨ 'ਚ ਕੰਮ ਪੂਰਾ ਕਰ ਦੇਣਾ ਤਾਂ ਕਿੰਨਾ ਵਰਕ ਹੋ ਗਿਆ, 8n। ਜੇ ਆਪਾਂ ਇੱਕ ਮੈਨ ਦੀ ਐਫੀਸ਼ੀਐਂਸੀ ਇੱਕ ਸਪੋਜ਼ ਕਰ ਲਈਏ ਤਾਂ n ਮੈਨ ਇੱਕ ਦਿਨ 'ਚ ਕਿੰਨਾ ਕੰਮ ਕਰਨਗੇ, n ਕਰਨਗੇ। 8 ਦਿਨ 'ਚ ਕਿੰਨਾ ਕਰਨਗੇ, 8n ਕਰਨਗੇ। ਤਾਂ ਹੁਣ ਹਰ ਡੇ 10 ਮੈਨ ਡਰੋਪ ਹੋ ਰਹੇ ਨੇ, ਮਤਲਬ ਕਿ ਪਹਿਲੇ ਦਿਨ ਕਿੰਨੇ ਮੈਨ ਹੋਣਗੇ, n, ਫਿਰ n-10, ਫਿਰ n-20, ਮਤਲਬ ਕਿ ਥਰਡ ਡੇ n-20 ਹੋਣਗੇ, ਫੋਰਥ ਡੇ ਕਿੰਨੇ ਹੋਣਗੇ, n-30। ਤਾਂ ਲਾਸਟ ਡੇ 12th ਡੇ ਕਿੰਨੇ ਹੋਣਗੇ, n-110। ਕਿਉਂਕਿ ਥਰਡ ਡੇ ਕਿੰਨੇ ਨੇ, 20 ਨੇ, ਮਤਲਬ ਕਿ ਇੱਕ ਘੱਟ ਹੈ ਜੀ ਉਰੇ। ਤਾਂ 12th ਡੇ ਵੀ ਕਿੰਨੇ ਹੋਣਗੇ, 110 ਹੋਣਗੇ।
ਤਾਂ ਹੁਣ ਜੇ ਆਪਾਂ ਇਹਨਾਂ ਦੀ ਐਵਰੇਜ ਫਾਈਂਡ ਕਰ ਲਈਏ ਵੀ ਐਵਰੇਜ ਕਿੰਨੀ ਹੈ ਇਹਨਾਂ ਦੀ ਐਵਰੇਜ ਆ ਜਾਊਗੀ ਫਸਟ ਤੇ ਲਾਸਟ ਟਰਮ ਦੀ ਜੋ ਐਵਰੇਜ ਹੁੰਦੀ ਹੈ ਉਹ ਐਵਰੇਜ ਹੁੰਦੀ ਹੈ ਤਾਂ ਇਹ ਐਵਰੇਜ ਆ ਜਾਊਗੀ n-55। ਇਹਨਾਂ ਦੋਹਾਂ ਨੂੰ ਐਡ ਕਰਕੇ ਆਪਾਂ ਨੇ 2 ਤੇ ਡਿਵਾਈਡ ਕਰਤਾ। ਠੀਕ ਹੈ ਜੀ, 2n-110 ਨੂੰ ਆਪਾਂ ਨੇ 2 ਤੇ ਡਿਵਾਈਡ ਕਰਤਾ, ਆਪਣੇ ਕੋਲ n-55 ਆ ਗਿਆ। ਤਾਂ ਕੀ ਆਪਾਂ ਇਹ ਚੀਜ਼ ਕਹਿ ਸਕਦੇ ਕਿ ਡੇਲੀ n-55 ਮੈਨ ਕੰਮ ਕਰ ਰਹੇ ਨੇ, ਡੇਲੀ n-55 ਮੈਨ ਕੰਮ ਕਰ ਰਹੇ ਨੇ, ਤਾਂ ਜਿਹੜਾ ਵਰਕ ਹੈ ਉਹ 12 ਡੇਜ਼ ਦੇ ਵਿੱਚ ਪੂਰਾ ਹੋ ਗਿਆ। ਤਾਂ ਉਰੋਂ ਆਪਾਂ ਨੇ n ਦੀ ਵੈਲਿਊ ਪਤਾ ਕਰਨੀ ਹੈ, ਉਰੇ 4 ਤੇ ਕੈਂਸਲ ਕਰਾਂਗੇ 2 ਆ ਗਿਆ, ਉਰੇ 3 ਆ ਗਿਆ। ਤਾਂ ਇੱਥੋਂ ਆ ਜਾਊਗਾ n-55 ਇਕੁਅਲ ਟੂ 3/2। ਉਰੇ ਡਿਫਰੈਂਸ 55 ਦਾ, ਉਰੇ ਡਿਫਰੈਂਸ ਹੈ 1 ਦਾ, ਤਾਂ ਇਹਨੂੰ ਆਪਾਂ 55 ਨਾਲ ਮਲਟੀਪਲਾਈ ਕਰ ਦਾਂਗੇ। ਤਾਂ n ਦੀ ਵੈਲਿਊ ਕਿੰਨੀ ਆ ਜਾਊਗੀ 3 × 55 165। ਆਪਸ਼ਨ ਏ ਆਪਣਾ ਕੀ ਆ ਜਾਊ ਸਹੀ ਆਂਸਰ। ਅੱਗੇ ਦੇਖੋ ਜੀ ਕੁਐਸਚਨ ਨੰਬਰ 24। ਕੁਐਸਚਨ 24 ਕੀ ਹੈ ਜੀ, A fort has sufficient food stock for 1500 person for 50 days. After 15 days, some more men joined, then the food lasts for only 25 days more. Find the number of person joined. ਦੇਖੋ ਜੀ ਕੀ ਸੀ, ਕਹਿੰਦਾ ਇੱਕ ਫੋਰਟ ਦੇ ਵਿੱਚ 1500 ਪਰਸਨ ਦਾ ਫੂਡ ਸੀਗਾ ਤੇ ਜਿਹੜਾ ਫੂਡ ਸੀਗਾ ਉਹ 50 ਦਿਨ ਵੀ ਚੱਲਣਾ ਸੀਗਾ। ਬਟ ਕੀ ਹੋਇਆ 15 ਦਿਨਾਂ ਬਾਅਦ ਕੁਝ ਮੈਨ ਹੋਰ ਜੁਆਇਨ ਹੋਏ ਤਾਂ ਸਿਰਫ ਉਹ 25 ਦਿਨ ਹੋਰ ਚੱਲਿਆ, ਮਤਲਬ ਕਿ ਟੋਟਲ 40 ਦਿਨ ਫੂਡ ਚੱਲਿਆ। ਫਾਈਂਡ ਦਾ ਨੰਬਰ ਆਫ ਪਰਸਨ ਜੁਆਇਨ, ਤਾਂ ਕਹਿੰਦਾ ਕਿੰਨੇ ਪਰਸਨ ਜੁਆਇਨ ਕੀਤੇ ਨੇ। ਦੇਖੋ ਜੀ ਉਰੇ ਇੱਕ ਚੀਜ਼ ਦੇਖੋ ਕਿ 1500 ਪਰਸਨ ਦਾ ਜਿਹੜਾ ਫੂਡ ਸੀਗਾ ਉਹ ਕਿੰਨੇ ਦਿਨਾਂ ਵਾਸਤੇ ਸੀਗਾ 50 ਡੇਜ਼। 15 ਦਿਨਾਂ ਬਾਅਦ ਕੀ ਹੋਊਗਾ, ਜਿਹੜਾ ਫੂਡ ਕਿੰਨਾ ਬਾਕੀ ਰਹਿ ਗਿਆ 1500 ਪਰਸਨ ਦਾ ਫੂਡ ਬਾਕੀ ਰਹਿ ਗਿਆ 35 ਡੇਜ਼ ਦਾ ਫੂਡ ਰਹਿ ਗਿਆ। ਤਾਂ ਹੁਣ ਇਹੀ ਫੂਡ ਨੂੰ ਕਿੰਨੇ ਮੈਨ ਖਤਮ ਕਰਨਗੇ 25 ਦਿਨ ਦੇ ਵਿੱਚ, ਇਹ ਚੀਜ਼ ਆਪਾਂ ਨਿਕਾਲ ਲਾਂਗੇ। ਕਿੰਨਾ ਆ ਜਾਊਗਾ ਜੀ 35 ਗੁਣਾ 6 ਹੁੰਦਾ 210, ਤਾਂ 210 ਦੇ ਪਿੱਛੇ ਇੱਕ ਜ਼ੀਰੋ ਲੱਗ ਜੂਗੀ, ਸੌਰੀ ਹਾਂਜੀ ਇੱਕ ਜ਼ੀਰੋ ਲੱਗ ਜੂਗੀ। ਤਾਂ n ਦੀ ਵੈਲਿਊ ਕਿੰਨੀ ਆ ਗਈ 2100 ਆ ਗਈ। ਤਾਂ ਮਤਲਬ ਕਿ 2100% ਜਿਹੜੇ ਹੋਣਗੇ ਉਹ ਫੂਡ ਨੂੰ ਖਾਣਗੇ। ਤਾਂ 1500% ਤਾਂ ਪਹਿਲਾਂ ਹੈਗੇ ਸੀ, ਮਤਲਬ ਜਿਹੜਾ 600% ਐਕਸਟਰਾ ਆਇਆ ਹੋਊਗਾ, ਤਾਂ ਹੀ ਫੂਡ 25 ਦਿਨ 'ਚ ਖਤਮ ਹੋ ਗਿਆ। ਤਾਂ ਆਪਸ਼ਨ ਏ ਕੀ ਆਪਣੇ ਕੋਲੇ ਸਹੀ ਆਨਸਰ ਹੈ। ਠੀਕ ਹੈ ਜੀ, ਕੁਐਸਚਨ ਨੰਬਰ 24 ਸੀ। ਅੱਗੇ ਦੇਖਦੇ ਹਾਂ ਆਪਾਂ ਕੁਐਸਚਨ ਨੰਬਰ 25। ਹਾਂਜੀ ਦੇਖੋ ਕੁਐਸਚਨ ਨੰਬਰ 25 ਕੀ ਹੈ, ਇਨ ਅ ਗਰੁੱਪ ਆਫ 200 ਮੈਨ ਦੇ ਹੈਵ ਫੂਡ ਸਟਾਕ ਫॉर 24 ਵੀਕ। ਕਹਿੰਦਾ 200 ਮੈਨ ਦੇ ਲਈ 24 ਹਫ਼ਤਿਆਂ ਦਾ ਫੂਡ ਹੈ। ਆਫਟਰ ਅ ਵੀਕ, ਇੱਕ ਹਫ਼ਤੇ ਬਾਅਦ 80 ਮੈਨ ਹੋਰ ਆ ਗਏ, ਅਰਾਈਵਡ ਪਰ ਡੇ। ਕੰਜ਼ੰਪਸ਼ਨ ਆਫ ਮੈਨ ਇਜ਼ ਰਿਡਿਊਸਡ ਫਰੋਮ 900 ਗ੍ਰਾਮ ਟੂ 750 ਗ੍ਰਾਮ। ਦੈਨ ਫॉर ਹਾਊ ਮੈਨੀ ਡੇਜ਼ ਮੋਰ ਦਿਸ ਫੂਡ ਕੈਨ ਲਾਸਟ। ਕਹਿੰਦਾ ਹੁਣ ਕਹਿੰਦਾ ਕਿੰਨੇ ਵੀਕ ਫੂਡ ਚੱਲੂਗਾ। ਦੇਖੋ ਜੀ ਸਿੰਪਲ ਚੀਜ਼ ਹੈ ਜੀ, ਪਹਿਲਾਂ 200 ਮੈਨ ਸੀਗੇ, ਜਿਹੜਾ ਫੂਡ ਕਿੰਨਾ ਸੀਗਾ 24 ਵੀਕ ਦਾ ਫੂਡ ਸੀਗਾ 24 ਵੀਕਸ। ਠੀਕ ਹੈ ਜੀ, ਤਾਂ ਆਪਾਂ ਵੀਕ ਦੇ ਵਿੱਚ ਆਪਾਂ ਆਨਸਰ ਨਿਕਾਲਾਂਗੇ ਜੀ 24 ਵੀਕਸ ਨੇ। ਤਾਂ ਪਹਿਲਾਂ ਜਿਹੜੀ ਫੂਡ ਇੱਕ ਮੈਨ ਖਾਂਦਾ ਸੀ ਕਿੰਨਾ ਖਾਂਦਾ ਸੀਗਾ 900 ਗ੍ਰਾਮ। ਤਾਂ ਦੇਖੋ 900 ਗ੍ਰਾਮ ਇੱਕ ਮੈਨ ਫੂਡ ਖਾ ਰਿਹਾ, ਤਾਂ 200 ਮੈਨ ਕਿੰਨੇ ਖਾਣਗੇ 900 ਗੁਣਾ 200। ਇਹ ਇੱਕ ਦਿਨ ਦਾ ਫੂਡ, ਇੱਕ ਦਿਨ ਦੀ ਫੂਡ ਦੀ ਹੋ ਗਈ ਕੰਜ਼ੰਪਸ਼ਨ, ਤਾਂ ਆਪਾਂ 24 ਨਾਲ ਮਲਟੀਪਲਾਈ ਕਰਤਾ 24 ਵੀਕ ਨਾਲ, ਤਾਂ ਇਹ 24 ਵੀਕ ਦੀ ਕੀ ਹੋਗੀ ਉਹ ਨਿਕਲਿਆ ਹੀ ਆਪਣੇ ਕੋਲ ਵੀ 24 ਵੀਕ ਫੂਡ ਚੱਲੂਗਾ। ਹੁਣ ਇੱਕ ਵੀਕ ਬਾਅਦ ਕੀ ਹੋਇਆ 80 ਮੈਨ ਹੋਰ ਆ ਗਏ। ਤਾਂ ਹੁਣ ਜਿਹੜਾ ਫੂਡ ਬਚਿਆ ਸੀ ਆਪਣੇ ਕੋਲੇ, ਤਾਂ ਕਿੰਨਾ ਫੂਡ ਬਚਿਆ ਆਪਣੇ ਕੋਲ 23 ਵੀਕ ਦਾ ਫੂਡ ਬਚਿਆ ਸੀਗਾ, ਕਿਉਂਕਿ ਇੱਕ ਵੀਕ ਦਾ ਉਹਨਾਂ ਨੇ ਖਾ ਹੀ ਲਿਆ ਸੀਗਾ। ਤਾਂ 23 ਵੀਕ ਦਾ ਫੂਡ ਬਚ ਗਿਆ 200 ਬੰਦਿਆਂ ਦਾ, ਇੱਕ ਬੰਦਾ ਜੇ 900 ਗ੍ਰਾਮ ਫੂਡ ਲਊਗਾ, ਤਾਂ ਹੁਣ 80 ਬੰਦੇ ਹੋਰ ਆ ਗਏ। ਤਾਂ ਕਿੰਨੇ ਬੰਦੇ ਹੋ ਗਏ ਜੀ 980 ਹੋ ਗਏ, ਸੌਰੀ 280 ਹੋ ਗਏ ਬੰਦੇ। ਤਾਂ ਹੁਣ ਇੱਕ ਬੰਦਾ ਕਿੰਨਾ ਫੂਡ ਲੈ ਰਿਹਾ 750 ਗ੍ਰਾਮ ਫੂਡ ਲੈ ਰਿਹਾ, ਤਾਂ ਕਿੰਨੇ ਦਿਨ ਫੂਡ ਚੱਲੂਗਾ n ਡੇਜ਼ ਚੱਲੂਗਾ, n ਵੀਕ ਚੱਲੂਗਾ, ਕਿਉਂਕਿ ਉਰੇ ਵੀਕ ਨੇ ਤਾਂ ਆਪਾਂ ਵੀਕ 'ਚ ਆਨਸਰ ਪਤਾ ਕਰਾਂਗੇ ਇਹਦਾ। ਜੇ ਇਹਨੂੰ ਡੇਜ਼ 'ਚ ਚੇਂਜ ਕਰਨਾ ਉਰੇ ਆਪਾਂ 7 ਨਾਲ ਮਲਟੀਪਲਾਈ ਕਰ ਦਿੰਦੇ ਹਾਂ, ਤਾਂ ਹੁਣ ਇਹ ਆਨਸਰ ਡੇਜ਼ ਦੇ ਵਿੱਚ ਆਊਗਾ। ਠੀਕ ਹੈ ਜੀ, ਤਾਂ ਆਪਾਂ ਡੇਜ਼ 'ਚ ਆਨਸਰ ਨਿਕਾਲਦੇ ਹਾਂ। ਤਾਂ ਦੇਖੋ ਉਰੇ ਪਹਿਲਾਂ ਇਹਨੂੰ 5 ਤੇ ਡਿਵਾਈਡ ਕਰਾਂਗੇ ਆਪਾਂ, ਸੌਰੀ 15 ਤੇ, 15 5 75, 0 ਨਾਲ 0 ਕੈਂਸਲ ਹੋ ਗਈ, 15 6 90 6 ਆ। 7 ਤੇ ਕੈਂਸਲ ਕਰਾਂਗੇ ਉਰੇ ਕਿੰਨਾ ਆ ਜਾਊਗਾ 40 ਆ ਜਾਊਗਾ। 40 ਨੂੰ ਕੈਂਸਲ ਕਰਾਂਗੇ 200 ਦੇ 5 ਆ ਜਾਊਗਾ, 5 ਨਾਲ 5 ਕੈਂਸਲ ਹੋ ਗਿਆ। ਤਾਂ n ਕਿੰਨਾ ਆ ਗਿਆ 23 × 6 ਆ ਗਿਆ, ਨੰਬਰ ਆਫ ਡੇਜ਼ ਆ ਗਏ 6 3 18 12 ਤੇ 13, ਤਾਂ 138 ਡੇਜ਼ ਕੀ ਹੈ ਆਪਣਾ ਫੂਡ ਹੋਰ ਚੱਲੂਗਾ। ਆਪਸ਼ਨ ਸੀ ਆਪਣੇ ਕੋਲ ਕੀ ਆ ਜਾਊਗੀ ਸਹੀ। ਅੱਗੇ ਕਰਦੇ ਹਾਂ ਜੀ ਆਪਾਂ ਕੁਐਸਚਨ ਨੰਬਰ 26। ਕੀ ਹੈ ਜੀ, ਇਨ ਏ ਕੈਂਪ 95 ਮੈਨ ਹੈਡ ਪ੍ਰੋਵੀਜ਼ਨ ਫॉर 200 ਡੇਜ਼। ਆਫਟਰ 5 days 30 men left the camp. For how many days will the remaining food last now?
ਆਸਾਨ ਹੈ ਜੀ ਬਿਲਕੁਲ। 95 ਦਿਨ 95 ਮੈਨ ਦਾ ਖਾਣਾ ਸੀਗਾ 200 ਡੇਜ਼ ਲਈ ਸੀਗਾ। ਹੁਣ 5 ਦਿਨਾਂ ਬਾਅਦ ਕਿੰਨਾ ਖਾਣਾ ਬਾਕੀ ਰਹਿ ਗਿਆ 95 ਇੰਟੂ 195 ਬਾਕੀ ਰਹਿ ਗਿਆ 30 ਮੈਨ ਲੈਫਟ ਹੋ ਗਏ ਮਤਲਬ ਕਿ 65 ਰਹਿ ਗਏ। ਤਾਂ ਕਿੰਨੇ ਦਿਨ ਫੂਡ ਚੱਲੂਗਾ ਐਨ ਡੇਜ਼ ਫੂਡ ਚੱਲੂਗਾ ਤਾਂ ਉਰੇ ਕਿੰਨਾ ਆ ਜਾਊਗਾ 3 ਆ ਜਾਊ ਕੈਂਸਲ ਕਰਕੇ ਮਲਟੀਪਲਾਈ ਕਰਾਂਗੇ ਜੀ 300 ਮਾਈਨਸ 15 ਕਰਾਂਗੇ 285 ਦਿਨ ਆਪਸ਼ਨ ए। ਨੈਕਸਟ ਦੇਖੋ ਜੀ ਕੁਐਸਚਨ ਨੰਬਰ 27 27 ਕੀ ਹੈ ਜੀ ਇਹ ਫੋਰਟ ਹੈਜ਼ ਏ ਸਟਾਕ ਫॉर 220 ਸੋਲਜਰ ਕਹਿੰਦਾ 220 ਦਿਨਾਂ ਦਾ ਫੂਡ ਸਟਾਕ ਸੀਗਾ 220 ਸੋਲਜਰਸ ਦਾ। ਇਫ ਅ ਸੋਲਜਰ ਗੈਟ 45 ਗ੍ਰਾਮ ਪਰ ਡੇ ਦੈਨ ਦਾ ਸਟਾਕ ਕੈਨ ਲਾਸਟ ਫॉर 16 ਵੀਕ। ਕਹਿੰਦਾ 16 ਵੀਕ ਫੂਡ ਚੱਲਦਾ ਸੀਗਾ। ਦੈਨ ਹਾਊ ਮੈਨੀ ਸੋਲਜਰ ਸ਼ੁੱਡ ਲੈਫਟ ਦਾ ਫੋਰਟ ਕਹਿੰਦਾ ਕਿੰਨੇ ਸੋਲਜਰ ਚਲੇ ਜਾਣ ਫੋਰਟ ਦੇ ਵਿੱਚੋਂ ਸੋ ਡੈਟ ਫੂਡ ਵੁੱਡ ਬੀ ਲਾਸਟ ਫॉर 24 ਵੀਕ ਵੈਨ ਡੇਲੀ ਇਨਟੇਕ ਆਫ ਫੂਡ ਪਰ ਸੋਲਜਰ ਇਜ਼ ਰਿਡਿਊਸ ਟੂ 33 ਗ੍ਰਾਮ ਪਰ ਡੇ। ਦੇਖੋ ਜੀ ਪਹਿਲਾਂ ਕੀ ਸੀਗਾ 220 ਸੋਲਜਰ ਸੀਗੇ ਇੱਕ ਸੋਲਜਰ 45 ਗ੍ਰਾਮ ਫੂਡ ਲੈ ਰਿਹਾ ਜੀ ਤਾਂ ਕਹਿੰਦਾ 16 ਵੀਕ ਦਾ ਫੂਡ ਸੀਗਾ ਤਾਂ ਕਹਿੰਦਾ ਕਿੰਨੇ ਸੋਲਜਰ ਚਲੇ ਜਾਣ ਆਪਾਂ ਕੁਝ ਨੰਬਰ ਆਫ ਸੋਲਜਰ ਸਪੋਜ਼ ਕਰਕੇ ਚਲੇ ਗਏ ਪਿੱਛੇ ਕਿੰਨੇ ਸੋਲਜਰ ਬਚ ਗਏ ਐਨ ਬਚ ਗਏ ਠੀਕ ਹੈ ਜੀ। ਹੁਣ ਉਹ ਫੂਡ ਲੈ ਰਹੇ ਨੇ ਕਹਿੰਦਾ ਵੀ 24 ਵੀਕ ਤੱਕ ਫੂਡ ਚੱਲੇ ਤੇ ਇੱਕ ਸੋਲਜਰ ਕਿੰਨਾ ਫੂਡ ਲਵੇ 33 ਗ੍ਰਾਮ। ਉਰੇ ਆਪਾਂ ਐਨ ਦੀ ਵੈਲਿਊ ਨਿਕਾਲਾਂਗੇ ਜੀ 4 ਤੇ ਕੈਂਸਲ ਕਰਾਂਗੇ 4 ਆ ਗਿਆ ਉਰੇ ਕਿੰਨਾ ਆ ਗਿਆ 6 ਆ ਗਿਆ ਤਾਂ 3 ਤੇ ਕੈਂਸਲ ਕਰਾਂਗੇ 15 ਆ ਜਾਊਗਾ ਉਰੇ ਕਰਾਂਗੇ 2 ਆ ਜਾਊ ਉਰੇ 110 ਆ ਜਾਊਗਾ 11 ਤੇ ਕੈਂਸਲ ਕਰਾਂਗੇ ਉਰੇ 10 ਆ ਗਿਆ ਉਰੇ ਕਰਾਂਗੇ 3 ਆ ਜਾਊਗਾ 3 ਨੂੰ ਕੈਂਸਲ ਕਰਾਂਗੇ ਉਰੇ 5 ਆ ਜਾਊਗਾ ਤਾਂ ਇੱਧਰ ਦੀਆਂ ਸਾਰੀਆਂ ਟਰਮਸ ਕੈਂਸਲ ਹੋ ਗਈਆਂ ਇੱਧਰ ਕੀ ਬਚ ਗਿਆ 10 5 ਤੇ 4 ਬਚ ਗਿਆ 50 इंटू 4 20 ये बन जूगा 200 तो मतलब कि 200 परसन इन्ना फूड लैणगे तो मतलब कि किन्ने परसन लैफ्ट हो गए फिर पहला 220 परसन सीगे 200 परसन रह गया तो 20 की पिछे किन्ने बच गए 20 परसन लैफ्ट हो गए ऑप्शन सी अपने को आ जू आंसर आ अगे देखो जी क्वेश्चन नंबर 28 क्वेश्चन नंबर 28 की है एक कॉन्ट्रैक्टर अंडरटेक्स टू डू ए पीस ऑफ वर्क इन 96 डेज। एक कॉन्ट्रैक्टर सी ਉਹਨੇ 96 ਦਿਨ ਦੇ ਵਿੱਚ ਕਿਸੇ ਕੰਮ ਨੂੰ ਪੂਰਾ ਕਰਨਾ ਸੀਗਾ ਇਹਦੇ ਵਾਸਤੇ ਉਹਨੇ 100 ਮੈਨ ਸਟਾਰਟਿੰਗ ਦੇ ਵਿੱਚ ਠੇਕੇ ਤੇ ਉਹਨੇ ਲਗਾਤਾ ਕੰਮ ਤੇ ਲਗਾਤਾ ਬਟ ਇਨ ਦਾ 1/6 ਆਫ ਦਾ ਸ਼ਡਿਊਲ ਟਾਈਮ 1/7 ਆਫ ਦਾ ਵਰਕ ਇਜ਼ ਕੰਪਲੀਟਡ। ਕਹਿੰਦਾ 1/6 ਟਾਈਮ ਦੇ ਵਿੱਚ 1/7 ਵਰਕ ਹੀ ਕੰਪਲੀਟ ਹੋਇਆ ਹਾਊ ਮੈਨੀ ਐਡੀਸ਼ਨਲ ਮੈਨ ਸ਼ੁੱਡ ਬੀ ਇੰਪਲੋਇਡ ਸੋ ਦੈਟ ਵਰਕ ਵਿਲ ਬੀ ਕੰਪਲੀਟਡ ਇਨ ਦਾ ਟਾਈਮ। ਦੇਖੋ ਜੀ ਕਿਵੇਂ ਕਰਾਂਗੇ ਇਸ ਕੁਐਸਚਨ ਨੂੰ अपने को पहला 100 मैन लगाया सी उन्होंने 96 दिन काम किया तो कितना काम पूरा हो गया जी 6 के एक काम पूरा हो गया सॉरी बट इन द 1/6 ऑफ द शेड्यूल टाइम 1/7 ऑफ द वर्क इज कंप्लीटेड। जो टोटल वर्क 7 सीगा तो वो सिर्फ एक पूरा होया तो 6 वर्क बाकी रह गया कि टाइम का भी अपन गिवन है 1/6 ऑफ द शेड्यूल टाइम जे उन्होंने 6 दिन किते होंगे फिक्स जे नंबर ऑफ डे 6 होंगे तो सिर्फ एक दिन के इन्ना काम हो गया मतलब कि आपने टाइम नू की किया तुसीं इहनूं एवें भी लिख सकते होगे। देखो टोटल नंबर ऑफ डे किन्ने सीगे 96 सीगे तो 96 का सिर्फ 1/6 दिन ही उन्होंने काम किया मतलब कि 16 दिन काम किया उन्होंने 16 डे तो एक काम नू 100 परसन ने किन्ने दिन काम किया 16 दिन तो हम पिछे किन्ने उस तो बाद की हो गया जी 16 दिन काम किया 100 बंद ने तो पिछे टाइम कितना रह गया अपने को 80 दिन बाकी रह गए तो हम की है जी कहना किन्ने मैन होर लिया भी तो आप सपोज कर लिया कि एन मैन होर कुछ ना कुछ मैन आ गए होंगे तो टोटल मैन किन्ने हो गए एन हो गए हम आप एन की वैल्यू पता करा किन्नी होगी 16 एकम 16 5 80 उन्हें कितना आ गया 20 आ गया एन की वैल्यू किन्नी आ गई 120 आ गई मतलब कि 120 मैन ने आ 6 काम किया होगा तो 100 मैन तो पहले है ही किन्ने मैन एक्सट्रा आ गए 20 मैन एक्सट्रा ठीक है जी। तो 20 अपने को आ जाएगा आंसर आ जाएगा ऑप्शन बी। नैक्सट देखो जी क्वेश्चन नंबर 29 हाँ जी देखो क्वेश्चन नंबर 29 वर्क was completed by 3 person of equal ability first one doing MR for M days second one doing NR for N days MN and being integer and third one doing 16R for 16 days। देखो जी की क्या क्वेश्चन कहना एक वर्क है वो 3 परसन ने पूरा करता जिन्हों की एबिलिटी इक्वल सी मतलब कि उन्होंने एफिशिएंसी सेम सी पहले परसन ने M घंटे काम किया M डेज एम डेज लई
ਸੈਕਿੰਡ ਨੇ ਐਨ ਆਰਸ ਕੰਮ ਕੀਤਾ ਐਨ ਡੇਜ਼ ਲਈ, ਐਮ ਤੇ ਐਨ ਕੀ ਹੈ ਇੰਟੀਜਰਸ ਨੇ, ਠੀਕ ਹੈ ਜੀ। ਐਂਡ ਤੀਜੇ ਨੇ ਕੰਮ ਕੀਤਾ 16 ਘੰਟੇ ਕੰਮ ਕੀਤਾ 16 ਦਿਨਾਂ ਲਈ, ਤਾਂ ਕੰਮ ਪੂਰਾ ਹੋ ਚੁੱਕਿਆ। ਤਾਂ ਕਹਿ ਰਿਹਾ ਦ ਵਰਕ ਕੁਡ ਹੈਵ ਬੀਨ ਕੰਪਲੀਟਡ ਇਨ 29 ਡੇਜ਼, ਜਿਹੜਾ ਕਹਿੰਦਾ ਵਰਕ ਹੈ ਉਹ ਵੀ ਪੂਰਾ ਹੋ ਸਕਦਾ 29 ਡੇਜ਼ ਦੇ ਵਿੱਚ ਬਾਈ ਥਰਡ ਪਰਸਨ ਅਲੋਨ, ਜੇ ਕਹਿੰਦਾ ਇਕੱਲਾ ਥਰਡ ਪਰਸਨ ਹੀ ਕੰਮ ਕਰਦੇ ਵਿਦ ਹਿਜ਼ ਰਿਸਪੈਕਟਿੰਗ ਵਰਕਿੰਗ ਆਰ, ਮਤਲਬ ਕਿ ਉਹ ਜੇ 16 ਘੰਟੇ ਹੀ ਕੰਮ ਕਰੇ ਜਿੰਨੇ ਉਹਨੇ ਉੱਪਰ ਘੰਟੇ ਕੰਮ ਕੀਤਾ। ਇਫ ਆਲ ਆਫ them ਡੂ ਦਾ ਵਰਕ ਟੂਗੈਦਰ ਵਿਦ ਦੇ ਰਿਸਪੈਕਟਿਵ ਵਰਕਿੰਗ ਆਰ, ਜੇ ਕਹਿੰਦਾ ਸਾਰੇ ਮਿਲ ਕੇ ਕੰਮ ਕਰਨਗੇ ਆਪਦੇ ਰਿਸਪੈਕਟਿਵ ਵਰਕਿੰਗ ਆਰ ਦੇ ਨਾਲ, then they can complete it in about, मतलब कि जे सारे मिलके काम करनगे, मतलब कि जे एम घंटे ही काम करूगा फर्स्ट पर्सन ते सैकेंड पर्सन एन घंटे काम करूगा ते थर्ड पर्सन 16 घंटे काम करूगा, तो काम किन्ने च पूरा हो जाऊगा। मतलब कि आपां नूं दो कंडीशनां दे दित्तियां की है जी, देखो जे सब दी आपां एफिशिएंसी एक सपोज कर ली, फर्स्ट पर्सन की भी सैकेंड की भी थर्ड की भी एफिशिएंसी सपोज कर ली 1, तो जो फर्स्ट पर्सन एम घंटे काम करता एम डेज के लिए, तो कितना काम कर दूगा एम इंटू एम कर दूगा, एम स्क्वेयर कर दूगा। थर्ड पर्सन सैकेंड कितना कर दूगा एन स्क्वेयर कर दूगा, थर्ड कितना कर दूगा 16 का स्क्वेयर कर दूगा, तो वर्क पूरा हो जाऊगा। जे कहता थर्ड पर्सन काम करे 29 डेज 16 घंटे काम करे एक दिन के, तो कितना काम हो जाऊगा 29 इंटू 16, तो उरे भी काम पूरा हो गया, उरे भी वर्क पूरा हो गया। हम अपने को आ जाऊगा एम स्क्वेयर प्लस एन स्क्वेयर की वैल्यू कितनी आ जाएगी 29 इंटू 16 माइनस 16 का स्क्वेयर कर देंगे आप, तो ये आ गया अपने को 29 इंटू 16, सॉरी ये आ जाएगी 16 कॉमन 16 इंटू 39, यदी वैल्यू होंगी है 13 6 78 7 13 कम 13 7 20 208 एम स्क्वेयर प्लस एन स्क्वेयर, ठीक है जी। हम अपने एम ते एन इंटीजर ने, इट मीनस ये किसी इंटीजर फॉर्म के होंगे एम ते एन, तो देखो 208 तो पहला भी कि स्क्वेयर आता एक तो 144 आता है 169 आता है, तो मतलब ये 13 का स्क्वेयर होगा, तो पिछे कितना बाकी रह गया जो 169 होगा, पिछे रह गया 39 रह गया, 39 किसी का स्क्वेयर नहीं है, मतलब कि इनू आप छोड़ देंगे। हम 144 तो बाद देखो जी 144 की स्क्वेयर है 12 का, पिछे की रह गया अपने को 56 तो 8 64 रह गया, तो एक स्क्वेयर है 8 का, तो मतलब कि एम की वैल्यू आप 12 सपोज कर लें, एन की वैल्यू आप 8 सपोज कर लें, तो हम अपने को बन गया जो फर्स्ट परसन से 12 घंटे काम करता, सैकेंड परसन किन्ने घंटे काम करता 8 घंटे, तो थर्ड परसन काम करता 16 घंटे, ये आपको गिवन ही है। तो हम कहना जे सारे मिलके काम करने तो किन्ने घंटे किन्ने दिन काम पूरा हो जाऊगा। हम देखो जी टोटल वर्क कितना अपने को 29 इंटू 16, तो हम एम भी काम कर रहा है एन भी कर रहा है तो थर्ड परसन भी कर रहा है, तो जो एम वाला जो फर्स्ट परसन है वो एम घंटे मतलब कि डेली 12 घंटे काम करूगा, सैकेंड परसन डेली 8 घंटे काम करूगा, थर्ड परसन किन्ने घंटे काम करूगा 16 घंटे, तो हम डेली इन्ने घंटे काम हो रहा है, तो किन्ने डेज काम पूरा हो जाऊगा आप इनू फाइंड करना है। 29 इंटू 60 36 आ गया, 4 से डिवाइड करा 4 आ जाऊ, उरे कितना आ जाऊगा 9, तो आ जाऊगा अपने को 70 29 चौक 117 आ गया जी, सॉरी 116 बटे 9 घंटे आंसर आ जाऊगा। फ्रैक्शन चेंज करा जी 9 एकम 9 4 6 2 6 9 दूनी 18 12 सही 8 बटे 9 घंटे, अप्रोक्सीमेशन कितना आ जाऊगा 13 घंटे, सॉरी 13 दिन आ जाऊगा, ठीक है जी। तो अपने को बी अपने को आ जाऊ आंसर। अगे देखो जी क्वेश्चन नंबर 30, if the cost of printing book of 32 leaves with 21 line on each page and on average 11 word in each line is rupees 19, then find the cost of printing a book with 297 leaves 28 line on each page and 10 words in each line। देखो जी की क्वेश्चन है, कहता एक बुक की कॉस्ट कितनी है 19 रुपये कॉस्ट है, उस बुक के की है 320 पेज ने, एक पेज 21 लाइना ने, एक लाइन 11 वर्ड ने, तो टोटल वर्ड्स इन्ने होंगे, मतलब कि इन्ने वर्ड्स 19 रुपये की होंगे ने, एक बुक तैयार होती है। तो कहता जे अपने को 297 लीव्स हो एक तो 28 लाइन हो तो 10 वर्ड एक लाइन च हो, तो इन्ने वर्ड्स की बुक किन्ने रुपए च प्रिंट होगी, तो आप सपोज कर लेंगे एक्स की वैल्यू फाइंड करनी है बस आपने। तो देखो ये चीज़ 3 तो कैंसल हो रही है जी, मैं करता उरे 99 आ गया, उरे कितना आ गया 7 आ गया, तो मैं इस 7 नू कैंसल करता, उरे 4 आ गया, 4 कैंसल किया 80 आ गया, 80 ਨੂੰ कैंसल करूँगा 10 ਨਾਲ उरे 8 रह गया, 11 ਨੂੰ कैंसल करूँगा उरे 9 आ गया, तो मेरे को फाइनली बच गया 19/8 x/9,
ਤਾਂ x ਦੀ ਵੈਲਿਊ ਆ ਗਈ 19 ਗੁਣਾ 9 171 ਬਟੇ 8 8 दूनी 16 कितना बच गया 11 8 एकम 8 पिछे कितना बच गया 3 0 8 दिया 24 ठीक है जी 21.3 ऑप्शन डी भी आ सकती है 24 आ गया 6 बच गया 60 आ गया 8 7 56 तो 21.37 आ गया मतलब कि 21.38 आ जाऊगा राउंड ऑफ हो गए ठीक है सी अपने को आंसर आ गया तो अपने को इस लैक्चर 'ਚ ਆਪਾਂ 10 क्वेश्चन कितने ਨੇ ਵਧੀਆ ਲੈਵਲ ਦੇ ਠੀਕ ਹੈ ਤਾਂ ਜੋ ਬਾਕੀ ਕੁਐਸਚਨਾਂ ਦੀ ਪੀਡੀਐਫ ਹੈ ਜੋ ਤੁਸੀਂ ਖੁਦ ਕਰਨੀ ਹੈ ਪ੍ਰੈਕਟਿਸ ਠੀਕ ਹੈ ਜੀ ਤਾਂ ਨੀਚੇ ਤੁਸੀਂ ਉਹਦੀ ਪੀਡੀਐਫ ਤੁਹਾਨੂੰ ਮਿਲ ਜੂਗੀ ਜੀ ਉਹ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਥੈਂਕ ਯੂ